बुलेटिन की शुरुआत करते हैं वड्डी खबर के नाल। अज संयुक्त किसान मोर्चा के वल्लों भाजपा तो इलावा सारिया सियासी पार्टियां नूं सद्दा दिता गया सी, जिस तहत चंडीगढ़ विच वख-वख पार्टियां दे नुमाइंदे पहुंचे। इस मीटिंग दे विच किना मुद्दियां ते चर्चा हुई है, आओ वेखदे हां। होना चाहिए जिहड़ी पार्टी जित जाए ओदा सारिया मंगां जिहड़ियां उन्होंने मैनीफेस्टो च वादे कीते उन्होंने पूरा करने वास्ते किन्नी देर विच वादा पूरा किया जाऊगा, इहदे लई सारे सहमत हुए। असी सारे जिहड़े पार्टियां दे MP MLA है, जे वो साडे हमदर्द ने उन्होंने असी अपील करते हैं भी जाके किसानों के हक विच पार्लीमेंट के अगे धरना दिओ। एक तो बिना असी सारिਆਂ ਨੂੰ ਇਹ ਪੁੱਛਿਆ, क्योंकि संयुक्त किसान मोर्चा फैसला कर चुका सी भी ਜਿਹੜਾ ਮੰਡੀਆਂ ਦੇ ਵਿੱਚ ਫਰਦਾਂ ਦੇਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਕਿਸਾਨਾਂ ਨੂੰ, ਇਹ ਬੜੀਆਂ ਮੁਸ਼ਕਲਾਂ ਖੜੀਆਂ ਕਰੇਗਾ। ਕਈ ਪੁਸ਼ਤਾਂ ਦੇ ਖਾਤੇ ਸਾਂਝੇ ਨੇ ਜਿਹੜੇ ਤਕਸੀਮ ਕਰਾਉਣ ਵਾਸਤੇ ਕਿੰਨੇ ਸਾਲ ਲੱਗ ਜਾਣਗੇ। ਬਹੁਤ ਸਾਰੇ ਲੋਕ ਵਿਦੇਸ਼ਾਂ 'ਚ ਬੈਠੇ ਨੇ, ਬਹੁਤ ਮੁਸ਼ਕਲਾਂ ਖੜੀਆਂ ਹੋਣਗੀਆਂ। ਇਸ ਕਰਕੇ ਇਹ ਕਿਸਾਨਾਂ ਨੂੰ ਮਜਬੂਰ ਨਾ ਕੀਤਾ ਜਾਏ। ਅਸੀਂ ਰੂਲਿੰਗ ਪਾਰਟੀ ਨੂੰ ਕਿਹਾ ਵੀ ਆਪਣਾ ਚੀਫ ਮਿਨਿਸਟਰ ਨਾਲ ਗੱਲ ਕਰੋ, ਅਸੀਂ ਫਰਦਾ ਨਹੀਂ ਦੇਵਾਂਗੇ ਤੇ ਪਾਰਟੀ ਪੱਧਰ ਤੇ ਦਾ ਫੈਸਲਾ ਕਰੋ। ਇਸੇ ਤਰ੍ਹਾਂ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਤੁਸੀਂ ਹਰ ਰੋਜ਼ ਐਵੇਂ ਬਿਆਨ ਦੇਈ ਜਾਂਦੇ ਹੋ, ਜਿਹੜੇ ਕਿਸਾਨਾਂ ਦੇ ਕੇਸ ਬਣੇ ਹੋਏ ਨੇ ਇਸ ਮੋਰਚੇ ਦੇ ਦਰਮਿਆਨ ਉਹ ਸਾਰੇ ਵਾਪਸ ਲੈ ਜਾਣ। गिनती नहीं पता, सैकड़े है जी, सैकड़े ही है। 6000 तो सरकार दे पहला ऐलान कर दो, पहला करके गए ने भी वापस लवांगे। 6000 तो प्रमुखों ने बस ਇਹੋ ਸੀ ਜੀ। ਉਹ ਕੋਈ ਇਹਨਾਂ ਨੇ ਸਿਰਫ ਇਹ ਕਿਹਾ ਵੀ ਅਸੀਂ ਤੁਹਾਡੀ ਇਹ ਜਿਹੜੀ ਗੱਲ ਹੈ ਵੀ ਚੋਣ ਮੁਹਾਲੇ ਨਾ ਸ਼ੁਰੂ ਕੀਤੀ ਜਾਏ, ਅਸੀਂ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਵਿਚਾਰਾਂਗੇ। ਕਲੀਅਰ ਨਹੀਂ ਕਹਿ ਕੇ ਗਏ ਦੋਏ ਪਾਰਟੀਆਂ ਵਾਲੇ। किसान मोर्चे ਵੱਲੋਂ ਦਿੱਤੇ ਸੱਦੇ ਮੁਤਾबिक ਅੱਜ ਨਵਜੋਤ ਸਿੱਧੂ, ਪ੍ਰਗਟ ਸਿੰਘ ਅਤੇ ਕੁਲਜੀਤ ਸਿੰਘ ਨਾਗਰਾ ਵੱਲੋਂ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਮੀਟਿੰਗ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ ਕਿ ਕਿਸਾਨਾਂ ਨਾਲ ਇਹ ਮੁਲਾਕਾਤ ਸਕਾਰਾਤਮਕ ਰਹੀ ਹੈ ਅਤੇ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕੀਤੀ ਗਈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਨੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜੇ ਹਾਂ ਅਤੇ ਅਸੀਂ ਆਪਣੀ ਗੱਲ ਕਿਸਾਨਾਂ ਅੱਗੇ ਰੱਖੀ ਹੈ। प्लेटफॉर्म ते जाके जो भी इत्थे डिस्कशन हुई आ ओदे ते बिल्कुल पूरा पहरा देवांगे, क्योंकि कांग्रेस पार्टी जिहड़ी आ किसानी नूं समर्पित हैगी आ डे 1 तो लैके अज तक। और पिछले समय च जिहड़ा गन्ने दी कीमत वधी आ वो भी कांग्रेस पार्टी दी सरकार ने वधाई हैगी आ, और ओदे विच जो भी इन्हां दे खदशे हैगे आ डिस्कस करके ते पार्टी प्लेटफॉर्म ते लिजा के पूरा इस गल दी जिहड़ी समर्थन कर। गल रैली दी नहीं है, क्योंकि गल तां सिर्फ ये है कि लोकां दे विच जदों लोकां दे इशूज़ नूं लैके जाना ते रैलियां दी गल नहीं है, लेकिन एक सुनेहा जिहड़ा आ वो जिहड़ा आ उत्थे लोकां च लिजाण दी जरूरत है, क्योंकि आपां इहो जिहा माहौल ना बनाईए ਜਿਹਦੇ ਨਾਲ ਪੰਜਾਬ ਨੂੰ ਫਾਈਨੈਂਸ਼ੀਅਲੀ ਕਿਤੇ ਨੁਕਸਾਨ ਹੋਵੇ, ਪੰਜਾਬ ਨੂੰ ਐਡਮਿਨਿਸਟ੍ਰੇਟਿਵਲੀ ਨੁਕਸਾਨ ਹੋਵੇ ਤੇ ਪੰਜਾਬ ਨੂੰ ਪੋਲੀਟੀਕਲੀ ਨੁਕਸਾਨ ਹੋਵੇ। ਔਰ ਇਹਦੇ ਲਈ देखो ਇਹਦੇ ਲਈ मैं बाकी पार्टियां ते कमेंट नहीं कर सकता, लेकिन ਅਸੀਂ जो उत्थे कह के आए ਆ ਵੀ ਅਸੀਂ ਬਿਲਕੁਲ ਸ਼ਾਂਤੀ ਨਾਲ ਪੰਜਾਬ ਦੀ ਪ੍ਰੋਗਰੈਸ ਲਈ, ਪੰਜਾਬ ਨੂੰ ਫਾਈਨੈਂਸ਼ੀਅਲੀ ਲਾਸ ਨਾ ਹੋਵੇ, ਪੰਜਾਬ ਦੀ ਜਿਹੜੀ ਕਿਸਾਨੀ ਆ ਸੰਘਰਸ਼ ਕਰ ਰਹੀ ਉਹਨੂੰ ਸਮਰਪਿਤ ਹੋ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ। ਉਹਨਾਂ ਨੇ ਵੀ ਇਹੀ ਸਾਡੇ ਕੋਲ ਡਿਸਕਸ਼ਨ ਕੀਤੀ ਆ, ਵਿਜ਼ਨ ਡਾਕੂਮੈਂਟ ਦੀ ਡਿਸਕਸ਼ਨ ਕੀਤੀ ਆ, ਮੈਨੀਫੈਸਟੋ ਦਾ ਜਿਹੜਾ ਲੀਗਲ ਡਾਕੂਮੈਂਟ ਦੀ ਡਿਸਕਸ਼ਨ ਕੀਤੀ ਆ। ਅਸੀਂ ਤਾਂ ਉਹਦੇ ਲਈ ਪਹਿਲਾਂ ਹੀ ਤਿਆਰ ਹੈਗੇ ਆ। ਇਦਾਂ ਦੀ ਕੋਈ ਗੱਲ ਨਹੀਂ ਹੈ। ਦੇਖੋ ਉਹਨਾਂ ਦੀ ਡਿਸਕਸ਼ਨ ਹੋਈ ਆ, ਉਹ ਜਵਾਬ ਦੇ ਸਕਦੇ ਆ। ਸਾਡੇ ਨਾਲ ਉਹਨਾਂ ਨੇ ਬੜਾ ਕਲੀਅਰ ਕੱਟ ਗੱਲ ਕੀਤੀ ਆ ਕਿ ਅਸੀਂ ਨਹੀਂ ਚਾਹੁੰਦੇ, ਦੇਖੋ ਕਾਂਗਰਸ ਕਦੀ ਨਹੀਂ ਚਾਹੁੰਦੀ ਵੀ ਅਸੀਂ ਕੋਈ ਵੀ ਇਦਾਂ ਦਾ ਇਸ਼ੂ ਖੜਾ ਕਰੀਏ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੋਵੇ, ਪੰਜਾਬ ਦੀ ਆਉਣ ਵਾਲੀ ਆਰਥਿਕਤਾ ਦਾ ਨੁਕਸਾਨ ਹੋਵੇ, ਕਿਉਂਕਿ ਪਿਛਲੇ ਸਮੇਂ 'ਚ ਪੰਜਾਬ ਦੀ ਆਰਥਿਕਤਾ ਨੂੰ ਢਾਹ ਬੜੀ ਲੱਗੀ ਆ।
ਔਰ ਕਿਸਾਨੀ ਨੂੰ ਖਾਸ ਕਰਕੇ ਬਹੁਤ ਵੱਡੀ ਢਾਲ ਲੱਗੀ ਆ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪਹੁੰਚਣ ਤੋਂ ਰੋਕਣ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਸ਼ਿਸ਼ ਨਾਕਾਮ ਰਹੀ ਹੈ। ਸਰਨਾ ਨੂੰ ਨਾਮਜ਼ਦ ਮੈਂਬਰਾਂ ਲਈ ਹੋਈ ਚੋਣ ਵਿੱਚ ਸਭ ਤੋਂ ਵੱਧ 18 ਵੋਟਾਂ ਮਿਲੀਆਂ। ਪਾਰਟੀ ਦੀ ਇਹ ਰਣਨੀਤੀ ਕੰਮ ਨਹੀਂ ਆਈ। ਸਰਨਾ ਦੀ ਪਾਰਟੀ ਦੇ 13 ਮੈਂਬਰਾਂ ਦੇ ਨਾਲ ਹੀ ਜਾਗੋ ਦੇ 3 ਤੇ ਪੰਥਕ ਅਕਾਲੀ ਲਹਿਰ ਦੇ 1 ਤੇ 1 ਆਜ਼ਾਦ ਮੈਂਬਰ ਇਕਜੁੱਟ ਰਹੇ। ਜਿਹੜੀ ਇਹ ਜਿੱਤ ਹੋਈ ਹੈ ਦਿੱਲੀ ਸੰਗਤ ਦੀ ਇੱਕ ਮੰਗ ਸੀਗੀ। ਇਹ ਦਿੱਲੀ ਸੰਗਤ ਦੀ ਮੰਗ ਸੀ, ਜਿਹਨੂੰ ਵੇਖਦੇ ਹੋਏ ਸਾਡੀਆਂ ਸਾਰੀਆਂ ਸਿੰਘ ਸਭਾਵਾਂ ਨੇ ਸਾਨੂੰ ਇਹ ਆਦੇਸ਼ ਹੀ ਦਿੱਤਾ ਔਰ ਕਿਹਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਜਿਤਾਉਣਾ ਤੇ ਅਸੀਂ ਅੱਜ ਆਪਣਾ ਜਿਹੜੀਆਂ ਸਿੰਘ ਸਭਾਵਾਂ ਵੱਲੋਂ ਸਾਨੂੰ ਡਿਊਟੀ ਲੱਗੀ ਸੀ ਅਸੀਂ ਉਹਨੂੰ ਪੂਰਾ ਕੀਤਾ। ਦਿੱਲੀ ਦੀ ਸੰਗਤ ਦੀ ਇਹ ਆਵਾਜ਼ ਸੀ, ਅੱਜ ਉਹ ਆਵਾਜ਼ ਉਹ ਵੋਟਾਂ ਦੇ ਰਾਹੀਂ ਪੂਰੀ ਹੋਈ ਹੈ। ਭਾਈ ਰਣਜੀਤ ਸਿੰਘ ਹੋਰਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਾਂਝੇ ਉਮੀਦਵਾਰ ਸਰਦਾਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅੱਜ ਉਹਨਾਂ ਦੀ ਬੜੀ ਭਾਰੀ ਜਿੱਤ ਹੋਈ ਹੈ। ਸਭ ਤੋਂ ਵੱਧ ਵੋਟਾਂ 18 ਵੋਟਾਂ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਲਈਆਂ ਔਰ ਇਹਨਾਂ ਰਾਵਣ ਰੂਪੀ ਬਾਦਲਾਂ ਨੇ ਕੋਈ ਹੁਰਬਾ ਮਾੜਾ ਹੁਰਬਾ ਨਹੀਂ ਛੱਡਿਆ। ਇਹਨਾਂ ਨੇ ਸਵਟ ਕੀਤੀ, ਡੈਮੋਕ੍ਰੇਸੀ ਨੂੰ ਗੰਦਲਾ ਕੀਤਾ, ਸਿੱਖ ਸਿਆਸਤ ਨੂੰ ਖਰੀਦ ਫਰੋਖਤ ਕੀਤੀ। ਹਰ ਚੀਜ਼ ਜਿਹੜੀ ਮਾੜੀ ਸਿੱਖ ਧਰਮ ਵਿੱਚ ਮਨਾ ਗਈ ਉਸ ਚੀਜ਼ ਦਾ ਇਹਨਾਂ ਨੇ ਸੇਵਨ ਕਰਾਉਣ ਲਈ ਉਹਨਾਂ ਨੂੰ ਉਕਸਾਇਆ। ਮੈਂ ਸਖਤ ਲਫ਼ਜ਼ਾਂ ਦੇ ਵਿੱਚ ਉਹਨਾਂ ਦੀ ਨਿੰਦਾ ਕਰਦਾ। ਮੈਂ ਧੰਨਵਾਦ ਕਰਦਾ ਜਥੇਦਾਰ ਮਨਜੀਤ ਸਿੰਘ ਦਾ। ਉਹਨਾਂ ਨੇ ਤਨਦੇਹੀ ਦੇ ਨਾਲ ਆਪਣੀਆਂ ਵੋਟਾਂ ਜਿਹੜਾ ਆਪਣਾ ਸਾਥ ਸਰਦਾਰ ਪਰਮਜੀਤ ਸਿੰਘ ਨਾਲ ਨੂੰ ਦਿੱਤਾ। ਭਾਈ ਰਣਜੀਤ ਸਿੰਘ ਔਰ ਓਵਰ ਐਂਡ ਅਬਵ ਭਾਈ ਰਣਜੀਤ ਸਿੰਘ ਓਵਰ ਐਂਡ ਅਬਵ ਸਾਡੇ ਪਿਲਰ, ਦਿੱਲੀ ਦੀ ਸਿਆਸਤ ਦੇ ਪਿਲਰ ਸਰਦਾਰ ਤਰਵਿੰਦਰ ਸਿੰਘ ਜੀ ਮਾਰਵਾ, ਉਹਨਾਂ ਦਾ ਖਲੋਣਾ ਸਾਡੇ ਵਾਸਤੇ ਇੱਕ ਬੜੀ ਵੱਡੀ ਗੱਲ ਸੀ। ਉਹਨਾਂ ਦੇ ਨਾਲ ਖਲੋਣ ਨਾਲ ਸਾਨੂੰ ਬੜਾ ਬਲ ਮਿਲਿਆ। ਇਹ ਸਾਰੀ ਜਿੱਤ ਦਾ ਸ਼੍ਰੇ ਮੈਂ ਸਰਦਾਰ ਮਨਜੀਤ ਸਿੰਘ, ਸਰਦਾਰ ਤਰਵਿੰਦਰ ਸਿੰਘ ਮਰਵਾ ਤੇ ਭਾਈ ਰਣਜੀਤ ਸਿੰਘ ਨੂੰ ਦੇਣਾ, ਦਿੱਲੀ ਦੀ ਸੰਗਤ ਨੂੰ ਦੇਣਾ। ਦੇਸ਼ ਵਿੱਚ ਕੋਰੋਨਾ ਦੇ ਵੱਧਦੇ ਘਟਦੇ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਮਹਾਮਾਰੀ ਦੀ ਦੂਜੀ ਲਹਿਰ ਤੇ ਵੱਡਾ ਬਿਆਨ ਦਿੱਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਦੇਸ਼ ਹਜੇ ਵੀ ਕੋਰੋਨਾ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਹਾਲਤ ਵਿੱਚ ਤਿਉਹਾਰ ਮਨਾਉਣ ਦੌਰਾਨ ਸਾਵਧਾਨੀ ਰੱਖਣੀ ਬਹੁਤ ਜ਼ਰੂਰੀ ਹੈ। ਸਾਰਿਆਂ ਨੂੰ ਭੀੜ ਤੋਂ बचना पवेगा। कि सेकंड सर्ज इज स्टिल कंटिन्यूइंग। आप देख रहे हैं कि ये टेपरिंग लंबी है, लगभग उसी पॉइंट पे स्टेबल है। और आने वाले दिनों में जो हम कंसर्न जाहिर कर रहे हैं, फेस्टिवल्स होंगे, मास गैदरिंग होगी, व्यक्ति इकट्ठे होंगे बाज़ारों में, मंडपों में और पंडालों में, उससे हमने बच के रहना है। फिर याद दिलाना चाहेंगे, एक जिम्मेवारी है अपने लिए भी, समाज के लिए भी। तो भीड़ नहीं करनी है। वायरस को ये पार्टियां, ये भीड़ बहुत पसंद है और वो इसका मौका उठाएगा। और ये हाईली ट्रांसमिसिबल वायरस है और जो भी कुछ हो, अभी भी बहुत सारी पॉपुलेशन हमारी ससेप्टेबल है और हमें इस पीरियड से बच के वैक्सीन लेके अपने आप को ढाल बना के सो कॉल्ड हर्ड इम्यूनिटी पैदा करते हुए ये टाइम निकालना है। और इसके लिए इन फेस्टिवल्स को परिवार में ही मनाएं तो सबसे अच्छा ही बात है, उसी में सीमित करें। बहुत मौके आएंगे फेस्टिवल्स को मनाने के। ये एक वार्निंग भी कह लीजिए, रिक्वेस्ट भी कह लीजिए जो हम सब की तरफ से है। और कोविड अप्रोप्रिएट बिहेवियर और मास्क अभी भी उतना ही ज़रूरी है जितना कि पहली वेव में था, दूसरी वेव में था। इसकी ज़रूरत किसी भी तरह से अभी कम नहीं हुई है। और वैक्सीन पूरे लग भी जाएंगे तब भी ये जहाँ तक हमें दिखाई दे रहा है ये लाजमी होगा, इम्पॉर्टेंट होगा। लास्ट में हम देख रहे हैं कि हमारे देश में जो मच्छरों की वजह से बीमारियां हैं वो अब उभर के आ रही हैं। डेंगू के आउटब्रेक के बारे में आप जान रहे हैं। इसी प्रकार मलेरिया का सीज़न भी आना शुरू होता है बरसातों के बाद। इसलिए आज अपील करना चाहेंगे कि अपनी तैयारी इस तरह से भी करिए कि जो मच्छर से होने वाले, खासकर डेंगू और मलेरिया की जो बीमारी है, बुखार हैं, उनसे हम बचें। आसपास पानी इकट्ठा नहीं होने दें, इसकी देखभाल अभी से करें।
ਉਧਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਲਈ ਨਵਾਂ ਐਲਾਨ ਕਰ ਦਿੱਤਾ ਹੈ। ਉਨ੍ਹਾਂ ਖੇਤੀ ਅਤੇ ਸਹਾਇਕ ਧੰਦਿਆਂ ਲਈ ਕਈ ਹਜ਼ਾਰਾਂ ਕਰੋੜਾਂ ਦੀ ਕੇਂਦਰ ਸਰਕਾਰ ਦੀ ਨਵੀਂ ਯੋਜਨਾ ਦੀ ਘੁੰਡ ਚੁਕਾਈ ਕੀਤੀ। ਤੋਮਰ ਨੇ ਦਾਅਵਾ ਕੀਤਾ ਕਿ ਇਸ ਯੋਜਨਾ ਤਹਿਤ ਸੰਬੰਧਿਤ ਵਿਭਾਗਾਂ ਵਿੱਚ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ है। भारत सरकार ने किया है, जिसमें कृषि क्षेत्र में इंफ्रास्ट्रक्चर के लिए 1 लाख करोड़ रुपया है, एनिमल हस्बेंड्री के लिए 15,000 करोड़ रुपया है, फिशरीज के लिए 20,000 करोड़ रुपया है, फूड प्रोसेसिंग के लिए 10,000 करोड़ रुपया है और मेडिसिनल फार्मिंग के लिए 4,000 करोड़ रुपया है और मधुमक्खी पालन के लिए 500 करोड़ रुपया है। ऐसे कुल मिला के यह क्षेत्र में निजी निवेश आए और फूड प्रोसेसिंग बढ़े, इस इंफ्रास्ट्रक्चर योजना को लागू किया गया। और मुझे कहते हुए प्रसन्नता है कि अभी तक हमारे पास 10,000 करोड़ की परियोजनाएं राज्यों के द्वारा प्रस्तुत की गई हैं, जिसमें 5,000 करोड़ का ऋण बैंकों के द्वारा स्वीकृत कर दिया गया है और उन पर काम तेजी से चल रहा है। खाद्यान्न की दृष्टि से हम सरप्लस हैं। जलवायु परिवर्तन और पानी का संकट वह भी हमारे सामने है। इन दोनों चीज़ों को दृष्टिगत रखते हुए भारत सरकार की कोशिश है कि फसलों का विविधीकरण होना चाहिए, डाइवर्सिफिकेशन होना चाहिए और हॉर्टिकल्चर की ओर, ड्रिप इरिगेशन की ओर देश को बढ़ना चाहिए। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾਕਟਰ ਐਸਪੀ ਸਿੰਘ ਅਬਰੋਏ ਵਿਦੇਸ਼ ਵਿੱਚ ਫਸੇ ਇੱਕ ਹੋਰ ਪੰਜਾਬੀ ਨੌਜਵਾਨ ਲਈ ਮਸੀਹਾ ਬਣ ਕੇ ਆਏ ਹਨ। ਜੈਨਪੁਰ ਪਿੰਡ ਦੇ ਵਸਨੀਕ ਲਾਲ ਨੂੰ ਲੰਗੇ ਦਿਨੀ ਬਲੱਡ ਮਨੀ ਰਾਹੀਂ ਫਾਂਸੀ ਦੀ ਸਜ਼ਾ ਮੁਕਤ ਕਰਵਾ ਕੇ ਲਿਆਂਦਾ ਗਿਆ। ਦੱਸ ਦਈਏ ਕਿ ਅਬਰੋਏ ਵੱਲੋਂ 2010 ਤੋਂ ਹੁਣ ਤੱਕ 117 ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚੋਂ ਰਿਹਾ ਕਰਵਾਇਆ ਗਿਆ ਹੈ। ਅੱਜ ਜਿਸ ਤਰ੍ਹਾਂ ਸਾਰੇ ਜਾਣਦੇ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਜਾਂ ਮੇਰੇ ਵੱਲੋਂ ਕੁਝ ਉਪਰਾਲੇ ਜਿਹੜੇ 2010 ਤੋਂ ਕੀਤੇ ਜਾ ਰਹੇ ਨੇ ਕਿ ਜਿੰਨੇ ਸਾਡੇ ਇੱਥੋਂ ਪੰਜਾਬੀ ਬੱਚੇ ਕਹਿ ਲਓ ਜਾਂ ਕਿਸੇ ਹੋਰ ਸਟੇਟ ਦੇ ਬੱਚੇ ਕਹਿ ਲਓ ਜਿਹੜੇ ਕਿ ਉੱਥੇ ਲੇਬਰ 'ਚ ਕੰਮ ਕਰਨ ਜਾਂਦੇ ਨੇ, ਉੱਥੇ ਈਜ਼ੀ ਮਨੀ ਕਮਾਉਣ ਦੇ ਵਿੱਚ ਉਹ ਗਲਤ ਕੰਮਾਂ 'ਚ ਪੈ ਜਾਂਦੇ ਨੇ, ਚਾਹੇ ਉਹ ਸ਼ਰਾਬ ਦਾ ਧੰਦਾ ਹੋਵੇ। ਸੋ ਉਹਦੇ ਵਿੱਚ ਫਿਰ ਲੜਾਈ ਝਗੜੇ ਹੁੰਦੇ ਨੇ, ਡੈਥਾਂ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਸੈਂਕੜੇ ਜਿਹੜੀਆਂ ਅਸੀਂ ਡੈਥਾਂ ਹੋ ਚੁੱਕੀਆਂ ਸੀ, ਉੱਥੇ ਮਰਡਰ ਹੋ ਚੁੱਕੇ ਸੀ। ਸੋ ਲੋਕਾਂ ਨੂੰ ਫਾਂਸੀ ਸਜ਼ਾ ਹੋਈ ਸੀ ਜਾਂ ਉਮਰ ਕੈਦ 40-40 ਸਾਲ ਦੀ ਹੋਈ ਸੀ, ਉਹਨਾਂ ਨੂੰ ਮੈਂ ਛੁਡਾ ਕੇ ਲਿਆਂਦਾ ਰਿਹਾ। 2010 ਤੋਂ ਜਿਹੜਾ ਸਿਲਸਿਲਾ ਜਾਰੀ ਸੀ ਤੇ ਅੱਜ ਸੋਹਣ ਨਾਲ ਜਿਹੜਾ ਇੱਥੋਂ ਜੈਨਪੁਰ ਪਿੰਡ ਦਾ ਤੇ ਉਹ ਅਪਰੋਚ ਕੀਤੀ ਸੀ ਸਿਆਰ ਸੱਜਣ ਸਿੰਘ ਉਹਨਾਂ ਨੇ ਮੈਨੂੰ। ਫਿਰ ਮੈਂ ਕੇਸ ਨੂੰ ਲੜ ਕੇ ਉੱਥੇ ਕਰਕੇ ਤੇ ਇਹਦਾ ਸਭ ਕੁਝ ਮਾਫ ਕਰਾ ਕੇ ਜੋ ਬਲੱਡ ਮਨੀ ਪੇ ਕਰਨੀ ਸੀ ਉਹ ਬਲੱਡ ਮਨੀ ਪੇ ਕਰਕੇ ਇਸ ਬੱਚੇ ਨੂੰ ਅੱਜ ਅਸੀਂ ਲੈ ਕੇ ਆਏ ਹਾਂ। ਤਾਂ ਇਹ ਸਾਡਾ ਇਹਨੂੰ ਮਿਲਾ ਕੇ 117 ਬੱਚੇ ਨੇ ਜਿਹੜੇ ਜਿਨ੍ਹਾਂ ਦੀਆਂ ਫਾਂਸੀਆਂ ਮਾਫ ਹੋ ਚੁੱਕੀਆਂ ਨੇ ਜਾਂ ਜਿਨ੍ਹਾਂ ਨੂੰ ਕੋਈ ਉਮਰ ਕੈਦ ਸਜ਼ਾ ਸੀ 40-45 ਸਾਲ ਦੀ, ਉਹ ਵੀ ਮਾਫ ਕਰਾ ਕੇ ਤੇ ਇਹਨਾਂ ਬੱਚਿਆਂ ਨੂੰ ਘਰੋਂ ਘਰੀ ਪਹੁੰਚਾਇਆ। ਇੱਥੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਬੱਚੇ ਨੇ ਇਹ ਸਾਰੇ ਪੰਜਾਬ ਦੇ ਨਹੀਂ ਹੈ। 80-85 ਬੱਚੇ ਪੰਜਾਬ ਦੇ ਨੇ, ਬਾਕੀ ਹੋਰ ਸਟੇਟਾਂ ਦੇ ਬੱਚੇ ਨੇ ਜਾਂ ਇੰਡੀਆ ਤੋਂ ਬਾਹਰ, ਚਾਹੇ ਸ਼੍ਰੀਲੰਕਾ, ਨੇਪਾਲ ਹੈ, ਫਿਲੀਪੀਨ ਹੈ, ਬੰਗਲਾਦੇਸ਼ ਹੈ, ਈਵਨ ਪਾਕਿਸਤਾਨ ਦੇ 16 ਬੱਚੇ ਜਿਹੜੇ ਨੇ ਉਹਨਾਂ ਨੂੰ ਵੀ ਫਾਂਸੀ ਸਜ਼ਾ ਹੋਈ ਸੀ ਤੇ ਉਹਨਾਂ ਦੀ ਬਲੱਡ ਮਨੀ ਦੇਣ ਤੋਂ ਬਾਅਦ ਸੋ ਉਹਨਾਂ ਦੀ ਜਿਹੜੀ ਫਾਂਸੀ ਹੈ ਉਹ ਵੀ ਮਾਫ ਕਰਾਈ ਗਈ। ਸੋ ਅੱਜ ਜਿਹੜਾ ਬੱਚਾ ਅਸੀਂ ਲੈ ਕੇ ਆਏ ਹਾਂ, ਇਹ ਜਿਹੜਾ ਲੜਕੀ ਦੀ ਡੈਥ ਹੋਈ ਸੀਗੀ, ਸੋ ਉਹਦੀ ਫੈਮਿਲੀ ਨੂੰ ਅਸੀਂ ਮਿਲਣ ਜਾ ਰਹੇ ਹਾਂ। ਸੋ ਉਹਨਾਂ ਦੇ 3 ਲੜਕੀਆਂ ਹੈਗੀਆਂ, 1 ਲੜਕਾ ਉਹਦਾ। ਸੋ ਲੜਕੀਆਂ ਦੇ ਨਾਂ ਦੇ ਉੱਤੇ ਟਰਸਟ ਵੱਲੋਂ ਜੋ ਸਾਡੀ ਇੱਕ ਸਕੀਮ ਚੱਲਦੀ ਹੈ ਕਿ ਅਸੀਂ ਪੈਨਸ਼ਨ ਸਕੀਮ ਅਸੀਂ ਲਗਾਉਂਦੇ ਹਾਂ। ਸੋ ਉਹ ਜਿਹੜੀ ਪੈਨਸ਼ਨ ਹੈਗੀ ਆ, ਅੱਜ ਅਸੀਂ ਇਹਨਾਂ ਨੂੰ 2-3 ਦਿਨ ਦੇ ਵਿੱਚ ਅਸੀਂ ਉਹਨਾਂ ਨੇ ਪੈਸੇ ਫਿਕਸ ਕਰਕੇ ਏਜ ਦੇ ਹਿਸਾਬ ਨਾਲ ਲਾਵਾਂਗੇ ਕਿ ਤਾਂ ਜੋ ਜਦੋਂ ਸ਼ਾਦੀ ਹੁੰਦੀ ਹੈ ਲੜਕੀ ਦੀ ਤੇ ਇਹ ਪੈਸੇ ਉਹਨਾਂ ਦੇ ਜਿਹੜੇ ਕੰਮ ਹੋ ਸਕਣ। ਸੋ ਇਹ ਸਾਡੀ ਪੈਨਸ਼ਨ ਸਕੀਮ ਸਾਡੀ ਚੱਲਦੀ ਆ ਰਹੀ ਹੈ। ਸੋ ਇਹ ਅੱਗੇ ਇੱਕ ਜਾਰੀ ਰਹੇਗੀ। ਇਸੇ ਤਰ੍ਹਾਂ ਡੈੱਡ ਬੋਡੀਆਂ ਸਾਡੀਆਂ ਤਕਰੀਬਨ 249 ਡੈੱਡ ਬੋਡੀਆਂ ਆ ਚੁੱਕੀਆਂ ਨੇ ਤੇ ਹੁਣ ਤੱਕ। ਸੋ ਉਹਨਾਂ ਵਿੱਚ ਵੀ ਅਸੀਂ ਇਹੀ ਰੱਖਿਆ ਕਿ ਘਰ ਦੀ ਕੰਡੀਸ਼ਨ ਦੇਖਦੇ ਹਾਂ ਕਿ ਜਿਹੜਾ ਬੱਚਾ ਕਮਾਉਣ ਗਿਆ ਸੀ ਪਿੱਛੋਂ ਉਹਨਾਂ ਨੂੰ ਸੋਰਸ ਕੀ ਹੈਗਾ ਇਨਕਮ ਦਾ, ਜ਼ਮੀਨ ਕਿੰਨੀ ਹੈਗੀ ਉਹਨਾਂ ਦੀ,
ਜਦੋਂ ਦੇਖਦੇ ਵੀ ਕੁਝ ਨਹੀਂ ਹੈ ਤੇ ਬੱਚੀਆਂ ਛੋਟੀਆਂ ਨੇ, ਫਿਰ ਅਸੀਂ ਉਹਨਾਂ ਦੇ ਵੀ ਇਸ ਤਰ੍ਹਾਂ ਕਿਸੇ ਨੂੰ 2 ਲੱਖ, ਕਿਸੇ ਨੂੰ 4 ਲੱਖ, ਕਿਸੇ ਨੂੰ 5 ਲੱਖ ਜਿਹੜੀ ਹੈ ਉਹ ਅਸੀਂ ਉਹਨਾਂ ਦੇ ਫਿਕਸ ਡਿਪੋਜ਼ਿਟ ਕਰਦੇ ਹਾਂ 8-8 10-10 12-12 ਸਾਲ ਲਈ।